ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਪ੍ਰਕਰਮਾਂ ਦੀ ਮਹਿਮਾ ਆਦਿ ਜਗਾਤ ਤੋਂ ਚੱਲੀ ਆ ਰਹੀ ਆ। ਸੋ ਪ੍ਰਕਰਮਾ ਧਰਮ ਦਾ ਮੁੱਖ ਅੰਗ ਹੈ। ਜਿਵੇਂ ਪ੍ਰਕਰਮਾ ਅੱਖਰ ਤੋਂ ਹੀ ਸਪਸ਼ਟ ਹੈ ਕਿ ਪਰਿਕਰਮ ਭਾਵ ਕੀ ਹੈ, ਸਦਕੇ ਹੋ ਜਾਣਾ, ਬਲਿਹਾਰ ਹੋ ਜਾਣਾ। ਸੋ ਜਿਹੜੀ ਪ੍ਰਕਰਮਾ ਹੈ ਇਸ ਨੂੰ ਗੁਰੂ ਗੋਦ ਵੀ ਆਖਦੇ ਆ ਕਿ ਗੁਰੂ ਦੀ ਗੋਦ ਦੇ ਵਿੱਚ ਰਹਿ ਕੇ ਗੁਰੂ ਤੋਂ ਸਦਕੇ ਹੋ ਜਾਣਾ, ਕੁਰਬਾਨ ਹੋ ਜਾਣਾ। ਸੋ ਇਹ ਕੁਰਬਾਨੀ ਇੱਕ ਵਾਰ ਨਹੀਂ, ਘੜੀ ਘੜੀ ਕੁਰਬਾਨ ਜਾਣਾ। ਜਿਹੜੀ ਚੀਜ਼ ਨੂੰ ਅਸੀਂ ਘੜੀ ਘੜੀ ਕੁਰਬਾਨ ਜਾਣਾ ਆਖਦੇ ਹਾਂ, ਇਸ ਨੂੰ ਹੀ ਪ੍ਰਕਰਮਾ ਕਹਿ ਦਿੰਦੇ ਆ। ਸੋ ਦੇਖੋ, ਪ੍ਰਕਰਮਾਂ ਦੀ ਮਹਿਮਾ ਇੰਨੀ ਅਪਰੰਪਾਰ ਵਾ ਕਿ ਪ੍ਰਕਰਮਾਂ ਦੇ ਨਾਲ ਗੁਰੂ ਦੀ ਖੁਸ਼ੀ, ਜੋ ਅੰਦਰਲੀ ਮਨ ਦੀ ਮਨਸ਼ਾ ਹੈਗੀ ਆ, ਉਹ ਬਹੁਤ ਸ਼ੀਘਰ ਪੂਰੀ ਹੁੰਦੀ ਆ। ਪ੍ਰਕਰਮਾਂ ਦਾ ਫਲ ਸਭ ਤੋਂ ਅਧਿਕ ਹੈ। ਜਿਵੇਂ ਆਪਾਂ ਪੁਰਾਤਨ ਸਮੇਂ 'ਚ ਦੇਖਦੇ ਹਾਂ ਕਿ ਇੱਕ ਵਾਰ ਜਦ ਦੇਵਤਿਆਂ ਦੀ ਸਭਾ ਹੋਈ ਸੀ, ਇਸ ਸਭਾ ਦੇ ਵਿੱਚ ਸਾਰੇ ਦੇਵਤੇ ਆਪਣੇ ਆਪ ਨੂੰ ਸ੍ਰੇਸ਼ਟ ਮੰਨਦੇ ਸੀ, ਪਰ ਉਹਨਾਂ ਟਾਈਮਾਂ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਕਿ ਜਿਹੜਾ ਦੇਵਤਾ ਧਰਤੀ ਦੀ ਪਹਿਲਾ ਪ੍ਰਕਰਮਾ ਕਰ ਲੂਗਾ ਉਹ ਸਭ ਤੋਂ ਸ੍ਰੇਸ਼ਟ ਹੋਊਗਾ। ਦੇਖੋ ਫਿਰ ਉਸ ਟਾਈਮ ਦੇਵਤਿਆਂ ਦੀ ਦੌੜ ਲੱਗੀ, ਪਰ ਦੱਸਦੇ ਆ ਸਾਰੇ ਦੇਵਤੇ ਜਿਹੜੇ ਸੀ ਧਰਤੀ ਦੀ ਪ੍ਰਕਰਮਾ ਕਰਨ ਵਾਸਤੇ ਨੱਠ ਤੁਰੇ। ਇਹਦੇ ਵਿੱਚ ਸ਼ਿਵ ਭਗਵਾਨ ਦਾ ਲੜਕਾ ਖੁਦ ਕਾਤਰਕ ਇਹਦੇ ਵਿੱਚ ਸ਼ਾਮਲ ਸੀ। ਪਰ ਦੇਖੋ, ਸ਼ਿਵ ਭਗਵਾਨ ਦੇ ਛੋਟੇ ਬੇਟੇ ਜਿਨ੍ਹਾਂ ਨੂੰ ਗਣੇਸ਼ ਜੀ ਆਖਦੇ ਆ, ਕਿਵੇਂ ਉਹਨਾਂ ਨੇ ਆਪਣੇ ਮਾਤਾ ਪਿਤਾ ਸ਼ਿਵ ਜੀ ਅਤੇ ਪਾਰਵਤੀ ਦੀ ਪ੍ਰਕਰਮਾ ਕੀਤੀ ਅਤੇ ਸਭ ਤੋਂ ਅੱਗੇ ਅੱਗੇ ਹੀ ਦੂਸਰੇ ਦੇਵਤਿਆਂ ਦੇ ਦਿਖਾਈ ਦੇਣ ਲੱਗ ਪਏ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਜਿਹੜੀ ਨਾ ਮਹਾਨਤਾ ਹੈ, ਇਹ ਆਦਿ ਜਗਾਤ ਤੋਂ ਦੱਸੀ ਜਾ ਰਹੀ ਹੈ। ਸੋ ਜਿਹੜੇ ਗੁਰਮੁਖ ਪ੍ਰਕਰਮਾ ਕਰਦੇ ਆ, ਸੋ ਪ੍ਰਕਰਮਾਂ ਦਾ ਇੱਕ ਨਿਯਮ ਹੈ, ਇੱਕ ਸਿਧਾਂਤ ਹੈ। ਔਰ ਜਿਹੜੇ ਨਿਯਮ ਸਿਧਾਂਤ ਮਰਜ਼ਾਦਾ ਦੇ ਅਨੁਸਾਰ ਪ੍ਰਕਰਮਾ ਕਰਦੇ ਆ, ਉਹਨਾਂ ਦਾ ਫਲ ਫਿਰ ਬਹੁਤ ਜ਼ਿਆਦਾ ਵੱਧ ਜਾਂਦਾ, ਕਈ ਕਰੋੜ ਗੁਣਾ ਹੋ ਜਾਂਦਾ। ਦੇਖੋ ਹੁਣ ਪ੍ਰਕਰਮਾ ਕਰਨੀ ਕਿਵੇਂ ਆ। ਮਹਾਂਪੁਰਖ ਦੱਸਦੇ ਆ ਕਿ ਪ੍ਰਕਰਮਾ ਕਰਨ ਲੱਗੇ ਐਸੀ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਜਿਵੇਂ ਇੱਕ ਗਰਭਵਤੀ ਔਰਤ ਹੋਵੇ, ਅਤੇ ਇੱਕ ਗਰਭਵਤੀ ਔਰਤ ਜਦੋਂ ਕਹਿੰਦੇ ਉਹ ਪੈਰ ਚੱਕਦੀ ਹੈ ਜਾਂ ਤੁਰਦੀ ਆ, ਉਸ ਟਾਈਮ ਬੜੀ ਸਹਿਜ ਦੇ ਵਿੱਚ ਪੈਰ ਰੱਖਦੀ ਆ। ਕਿਉਂ? ਤਾਂ ਜੋ ਇਹ ਪੈਰ ਰੱਖਿਆ ਉਹਦੇ ਬੱਚੇ ਤੱਕ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾ ਸਕੇ। ਇਸੇ ਤਰ੍ਹਾਂ ਮਹਾਂਪੁਰਖ ਕਹਿੰਦੇ ਜਿਵੇਂ ਗਰਭਵਤੀ ਔਰਤ ਪੈਰ ਟਿਕਾਉਂਦੀ ਆ ਸਹਿਜ ਸਹਿਜ ਦੇ ਨਾਲ, ਇਸੇ ਤਰ੍ਹਾਂ ਸਹਿਜ ਸਹਿਜ ਦੇ ਨਾਲ ਪ੍ਰਕਰਮਾ ਕਰਨੀ ਚਾਹੀਦੀ ਆ। ਸੋ ਪ੍ਰਕਰਮਾ ਜਿਹੜੀ ਹੈ ਗਰਭਵਤੀ ਔਰਤ ਦੇ ਸਹਿਜ ਭਾਵ ਦੇ ਤੁਰਨ ਨਾਲੋਂ ਵੀ ਸ੍ਰੇਸ਼ਟ ਵਾ, ਕਿਉਂਕਿ ਗਰਭਵਤੀ ਔਰਤ ਤੱਕ ਆਪਣੇ ਧਿਆਨ ਦੇ ਨਾਲ ਤੁਰਦੀ ਆ, ਪਰ ਪ੍ਰਕਰਮਾਂ ਦੇ ਵਿੱਚ ਜਿਹੜਾ ਧਿਆਨ ਹੈਗਾ ਉਹ ਗੁਰ ਸ਼ਬਦ ਵੱਲ ਹੈ। ਸੋ ਕਹਿਣ ਤੋਂ ਭਾਵ ਮਹਾਂਪੁਰਖਾਂ ਦਾ ਹੈਗਾ ਕਿ ਜਦੋਂ ਪ੍ਰਕਰਮਾਂ ਦੇ ਵਿੱਚ ਕਦਮ ਲੈ ਕੇ ਤੁਰਨਾ ਹੈ ਅਤੇ ਜਦ ਸੱਜਾ ਪੈਰ ਰੱਖਣਾ ਹੈ, ਜਿਵੇਂ ਵਾਹਿਗੁਰੂ ਸ਼ਬਦ ਹੈ, ਜਦ ਸੱਜਾ ਪੈਰ ਅੱਗੇ ਕਰਨਾ ਤਾਂ ਫਿਰ ਵਾਹ ਕਹਿਣਾ, ਜਦ ਖੱਬਾ ਅੱਗੇ ਕਰਨਾ ਫਿਰ ਗੁਰੂ ਕਹਿਣਾ। ਇਸ ਤਰ੍ਹਾਂ ਵਾਹਿਗੁਰੂ 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 ਕਦਮ ਦੇ ਕਦਮ ਸਹਿਜ ਨਾਲ ਮਿਲਾ ਕੇ ਫਿਰ ਇਹ ਪ੍ਰਕਰਮਾ ਕਰਨੀ ਆ। ਇਹਦਾ ਫਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸਾਨੂੰ ਮਹਾਤਮਾ ਦੱਸਦੇ ਆ ਕਿ ਦੇਖੋ, ਕਿਸੇ ਵੀ ਪਵਿੱਤਰ ਸਰੋਵਰ ਦੇ ਕੰਢੇ 'ਤੇ ਤੁਸੀਂ ਚਲੇ ਜਾਓ, ਉੱਥੇ ਪ੍ਰਕਰਮਾ ਕਰੋ। ਘੱਟੋ ਘੱਟ ਨਹੀਂ ਤਾਂ ਅਗਰ 5 ਪ੍ਰਕਰਮਾ ਵੀ ਕੀਤੀਆਂ, ਅਤੇ ਇਸ 5 ਪ੍ਰਕਰਮਾਂ ਦੇ ਨਾਲ ਜਿਹੜਾ ਸ਼ਬਦ ਨਾਲ ਸਾਡੇ ਚੱਲਦਾ ਹੈ ਸਹਿਜ ਦੇ ਵਿੱਚ, ਉਹਦੀ ਮਸਤੀ ਉਹਦੀ ਸ਼ਕਤੀ ਨਾਲ ਰਲ ਜਾਂਦੀ ਆ। ਅਤੇ ਇਸ ਤਰ੍ਹਾਂ 5 ਪ੍ਰਕਰਮਾ ਕਰਨ ਦੇ ਨਾਲ ਇਸ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਅਤੇ 5 ਪ੍ਰਕਰਮਾ ਹੋਣ ਦੇ ਨਾਲ ਤੁਹਾਡੀ ਮਨ ਦੀ ਕਾਮਨਾ ਦੇ ਅੰਦਰੋਂ ਜਿਹੜਾ ਫਾੜ ਵਾ ਅੰਕੁਸ਼, ਉਹ ਫੁੱਟ ਜਾਂਦਾ ਹੈਗਾ, ਫਿਰ ਉਹ ਪੂਰਾ ਹੋ ਜਾਂਦਾ ਸਮਾਂ ਪਾ ਕੇ, ਔਰ ਬਹੁਤ ਸ਼ੀਘਰ ਪੂਰਾ ਹੁੰਦਾ। ਇਹਦੇ ਵਿੱਚ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ। ਸੋ ਜਿਹੜੇ ਗੁਰਮੁਖ ਇਸ ਤਰ੍ਹਾਂ ਪ੍ਰਕਰਮਾ ਕਰਦੇ ਆ, ਉਹ ਸੱਜਣ ਗੁਰੂ ਦੀਆਂ ਖੁਸ਼ੀਆਂ ਬਹੁਤ ਛੇਤੀ ਪ੍ਰਾਪਤ ਕਰ ਲੈਂਦੇ ਆ। ਪਰ ਹਾਂ, ਜਿਹੜੇ ਸਰੀਰ ਕਰਕੇ ਕਮਜ਼ੋਰ ਆ, ਨਹੀਂ ਚੱਲ ਸਕਦੇ, ਉਹ ਸਰੋਵਰ ਦੇ ਵਿੱਚ ਪ੍ਰਕਰਮਾ ਦਾ ਧਿਆਨ ਧਰਦੇ ਹੋਏ, ਪ੍ਰਕਰਮਾਂ ਦੀ ਭਾਵਨਾ ਮਨ ਵਿੱਚ ਰੱਖਦੇ ਹੋਏ ਅਗਰ ਮਨ ਦੇ ਨਾਲ ਵੀ ਪ੍ਰਕਰਮਾ ਕਰ ਲੈਣ, ਤਾਂ ਵੀ ਸ਼ਬਦ ਦਾ ਫਲ ਜਿਹੜਾ ਹੈਗਾ ਉਹ ਉਸੇ ਤਰ੍ਹਾਂ ਹੈਗਾ। ਜਿਵੇਂ 10 ਇੱਕ ਨਹੀਂ, ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਆ ਜਿਨ੍ਹਾਂ ਨੂੰ ਇਹ ਫਲ ਜਿਹੜੇ ਸਧਾਰਨ ਤੌਰ 'ਤੇ ਪ੍ਰਾਪਤ ਹੋ ਗਏ ਜਦੋਂ ਉਹਨਾਂ ਨੇ ਆਪਣੇ ਸਰੀਰ ਨਾਲੋਂ ਮਨ ਦੀ ਪ੍ਰਕਰਮਾ ਦੇ ਵਿੱਚ ਜ਼ਿਆਦਾ ਧਿਆਨ ਦਿੱਤਾ। ਕਿਉਂ? ਉਹਨਾਂ ਦੇ ਸਰੀਰ ਜ਼ਿਆਦਾ ਕਮਜ਼ੋਰ ਸੀ ਅਤੇ ਇਸ ਕਰਕੇ ਤੁਰਨ ਫਿਰਨ ਦੇ ਜ਼ਿਆਦਾ ਅਸਮਰੱਥ ਸੀਗੇ। ਜਿਵੇਂ ਕਿ ਸੱਜਣ ਦੱਸਦੇ ਸੀ ਕਿ ਉਹਨਾਂ ਨੂੰ ਗਲ ਦੇ ਵਿੱਚ ਕੈਂਸਰ ਹੋ ਗਿਆ ਸੀ। ਇਹ ਕੈਂਸਰ ਦਾ ਜਿਹੜਾ ਫੋੜਾ ਸੀਗਾ ਗਲ ਦੇ ਵਿੱਚ ਵੱਡਾ ਹੋ ਗਿਆ ਸੀਗਾ, ਅਤੇ ਡਾਕਟਰ ਨੇ ਕਿਹਾ ਸੀ ਕਿ ਇਹਦਾ ਆਪਰੇਸ਼ਨ ਕਰਨਾ ਪੈਣਾ, ਅਤੇ ਆਪਰੇਸ਼ਨ ਵਾਸਤੇ ਬੜੇ ਪੈਸੇ ਦੀ ਲੋੜ ਸੀ। ਇਸ ਕਰਕੇ ਉਹ ਸੱਜਣ ਜਿਹੜੇ ਸੀਗੇ ਉਹ ਬਹੁਤ ਘਬਰਾਏ ਹੋਏ ਸੀਗੇ।
ਸੋ ਜਦ ਉਹ ਦਰਬਾਰ ਸਾਹਿਬ ਗਏ ਆ ਸਰੋਵਰ ਦੇ ਕੰਢੇ, ਉਹ ਕਹਿੰਦੇ ਵੀ ਮੈਂ ਪਰਿਕਰਮਾ ਤਾਂ ਨਹੀਂ ਸੀ ਕਰ ਸਕਦਾ ਕਿਉਂਕਿ ਮੇਰੇ ਗਲ ਦੇ ਵਿੱਚ ਜ਼ਿਆਦਾ ਤਕਲੀਫ ਸੀ, ਤੁਰਨ ਦੇ ਨਾਲ ਤਕਲੀਫ ਜ਼ਿਆਦਾ ਵੱਧਦੀ ਸੀਗੀ, ਅਤੇ ਮੈਂ ਸਰੋਵਰ ਦੇ ਕੰਢੇ ਪਰਿਕਰਮਾ ਰੂਪੀ ਭਾਵਨਾ ਦਾ ਧਿਆਨ ਧਰ ਕੇ ਚੌਂਕੜਾ ਮਾਰ ਕੇ ਬੈਠ ਗਿਆ ਅਤੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਇਸ ਤਰ੍ਹਾਂ ਦਾ ਸਿਮਰਨ ਕਰਦਾ ਰਿਹਾ। ਸੋ ਜਦੋਂ ਕਹਿੰਦੇ ਸਿਮਰਨ ਕਰਦੇ 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 ਬਹੁਤ ਟਾਈਮ ਹੋ ਗਿਆ, ਜਿਉਂ ਕਹਿ ਲਓ ਕਿ ਜਿਵੇਂ ਅੱਧੀ ਰਾਤ ਹੋਈ ਸੀ ਉਹਨਾਂ ਟਾਈਮਾਂ ਦੇ ਵਿੱਚ। ਉਸ ਟਾਈਮ ਕਹਿੰਦੇ ਵੀ ਮੈਨੂੰ ਬਹੁਤ ਜ਼ੋਰ ਦੀ ਖਾਂਸੀ ਆਈ। ਜਦ ਖਾਂਸੀ ਜ਼ੋਰ ਦੀ ਆਈ, ਉਸ ਖਾਂਸੀ ਦੇ ਰਾਹੀਂ ਕੈਂਸਰ ਦਾ ਜਿਹੜਾ ਫੋੜਾ ਸੀਗਾ, ਬਹੁਤ ਵੱਡਾ ਇੱਕ ਮਾਸ ਦਾ ਲੋਥੜਾ, ਉਹ ਮੇਰੇ ਮੂੰਹ ਥਾਣੀ ਨਿਕਲ ਕੇ ਬਾਹਰ ਡਿੱਗ ਪਿਆ ਸੀਗਾ, ਅਤੇ ਉਹਦੇ ਨਾਲ ਕਹਿੰਦੇ ਖੂਨ ਵੀ ਬਹੁਤ ਘੱਟ ਆਇਆ। ਮੈਨੂੰ ਤਾਂ ਪਹਿਲਾਂ ਸਮਝ ਨਹੀਂ ਵੀ ਮੇਰੇ ਮੂੰਹ 'ਚ ਐਡਾ ਮਾਸ ਦਾ ਲੋਥੜਾ ਕਿੱਥੋਂ ਨਿਕਲ ਗਿਆ ਹੈਗਾ, ਪਰ ਬਾਅਦ ਦੇ ਵਿੱਚ ਫਿਰ ਮੈਂ ਆਪਣੇ ਆਪ ਨੂੰ ਬੜਾ ਹਲਕਾ ਮਹਿਸੂਸ ਕੀਤਾ। ਇਹ ਘਟਨਾ ਜਿਹੜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਆ। ਕਹਿੰਦੇ ਉਸ ਤੋਂ ਬਾਅਦ ਜਦ ਫਿਰ ਮੈਂ ਆਪਣਾ ਜਲ ਦੇ ਨਾਲ ਮੂੰਹ ਸਾਫ਼ ਕੀਤਾ ਅਤੇ ਇੱਕ ਰੰਚਕ ਮਾਤਰ ਥੋੜ੍ਹਾ ਜਿਹਾ ਖੂਨ ਜਿਹੜਾ ਸੀਗਾ, ਕਹਿੰਦੇ ਵੀ ਜ਼ਰੂਰ ਮੇਰੇ ਬੁੱਲ ਨੂੰ ਥੋੜ੍ਹਾ ਜਿਹਾ ਲੱਗਾ ਸੀ ਨਿਸ਼ਾਨੀ ਵਜੋਂ। ਅਤੇ ਜਦ ਮੈਂ ਕਹਿੰਦੇ ਆਪਣੇ ਗਲ ਨੂੰ ਹੱਥ ਲਾਇਆ ਸੀ, ਮੈਂ ਕੀ ਦੇਖਿਆ ਸੀਗਾ ਕਿ ਮੇਰਾ ਗਲਾ ਪੂਰੀ ਤਰ੍ਹਾਂ ਸਾਫ਼ ਸੀਗਾ। ਉਸ ਤੋਂ ਬਾਅਦ ਕਹਿੰਦੇ ਵੀ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰੀਆ ਕਰਦਾ ਘਰ ਆਇਆ। ਜਦ ਫਿਰ ਅਗਲੇ ਦਿਨ ਅਸੀਂ ਡਾਕਟਰ ਨੂੰ ਮੈਂ ਆਪਣਾ ਚੈੱਕਅਪ ਕਰਾਇਆ। ਜਦ ਰਿਪੋਰਟ ਆਈ ਤਾਂ ਸਾਰੀ ਜਿਹੜੀ ਰਿਪੋਰਟ ਸੀਗੀ ਉਹ ਨੈਗੇਟਿਵ ਸੀਗੀ, ਗਲ ਬਿਲਕੁਲ ਸਾਫ਼ ਸੀਗਾ, ਕੈਂਸਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਇਸੇ ਤਰ੍ਹਾਂ ਇੱਕ ਬਿਰਧ ਬੀਬੀ ਸੀ, ਉਹ ਵੀ ਦੱਸਦੀ ਸੀ ਕਿ ਮੇਰੇ ਪੇਟ ਦੇ ਵਿੱਚ ਬੜੀ ਭੜੀ ਰਸੌਲੀ ਸੀਗੀ। ਕਹਿੰਦੀ ਮੈਂ ਹੁਣ ਪਰਿਕਰਮਾ ਤਾਂ ਨਹੀਂ ਸੀ ਕਰ ਸਕਦੀ ਕਿਉਂਕਿ ਮੇਰੇ ਤੁਰਨ ਦੇ ਨਾਲ ਮੈਨੂੰ ਉਹਦੀ ਕਾਫੀ ਤਕਲੀਫ ਜਿਹੜੀ ਸੀਗੀ ਉਹ ਹੋ ਰਹੀ ਸੀ। ਸੋ ਇਹ ਰਸੌਲੀ ਜਿਹੜੀ ਮੇਰੇ ਪੇਟ ਸੀ, ਇਹਦਾ ਫਟਣ ਦਾ ਡਰ ਸੀਗਾ। ਕਹਿੰਦੀ ਮੈਂ ਦਰਬਾਰ ਸਾਹਿਬ ਪਰਿਕਰਮਾ 'ਤੇ ਬੈਠ ਗਈ। ਪਰਿਕਰਮਾ 'ਤੇ ਬੈਠਣ ਦੇ ਨਾਲ ਕਹਿੰਦੀ ਮੈਂ ਤਕਰੀਬਨ 10 ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜਾਪ ਕਰਦੀ ਰਹੀ। ਜਦ 10 ਦਿਨ ਪਰਿਕਰਮਾ 'ਚ ਬੈਠ ਕੇ ਇਸ ਤਰ੍ਹਾਂ ਨਾਮ ਜਪ ਕਰਦੀ ਰਹੀ, 10 ਦਿਨਾਂ ਦੇ ਬਾਅਦ ਉਹ ਰਸੌਲੀ ਮੇਰੇ ਪੇਟ ਦੇ ਵਿੱਚੋਂ ਕਿਵੇਂ ਐਟੋਮੈਟਿਕ ਗਾਇਬ ਹੋ ਗਈ। ਅੱਜ ਤੱਕ ਕਹਿੰਦੀ ਵੀ ਕਿਸੇ ਨੂੰ ਸਮਝ ਨਹੀਂ ਆਈ, ਨਾ ਤੈਨੂੰ ਡਾਕਟਰ ਸਮਝ ਸਕਦੇ, ਨਾ ਮੈਂ ਸਮਝ ਸਕਦੀ ਹਾਂ ਵੀ ਜਿਹੜੀ ਐਡੀ ਵੱਡੀ ਰਸੌਲੀ ਸੀਗੀ ਅਕਸਰ ਉਹ ਗਈ ਕਿੱਥੇ, ਕਿਉਂ ਪੇਟ ਦੇ ਵਿੱਚ ਉਹਦਾ ਨਾਮੋ ਨਿਸ਼ਾਨ ਨਹੀਂ ਸੀਗਾ। ਇਹ ਸਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ। ਲੇਕਿਨ ਉਹਨਾਂ 'ਤੇ ਕਿਰਪਾ ਹੈ ਜਿਹੜੇ ਪਰਿਕਰਮਾ ਦੇ ਵਿੱਚ ਬੈਠ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਵੀ ਮੁਰਾਦ ਹੋਵੇ, ਕੋਈ ਵੀ ਮੰਗ ਹੋਵੇ, ਅਸੀਂ ਅਗਰ ਪਰਿਕਰਮਾ ਵਿੱਚ ਬੈਠ ਕੇ ਜਾਂ ਪਰਿਕਰਮਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਉਸ ਮੰਗ ਦਾ ਨਿਸ਼ਚਾ ਧਰ ਕੇ ਪਰਿਕਰਮਾ ਕਰ ਲਈਏ ਤਾਂ ਵੀ ਭਾਵਨਾ ਨੂੰ ਫਲ ਲੱਗ ਜਾਂਦੇ ਆ। ਸੋ ਮਹਾਂਪੁਰਖ ਤਾਂ ਦੱਸਦੇ ਆ ਕਿ ਅਗਰ ਦਰਬਾਰ ਸਾਹਿਬ ਸਰੋਵਰ ਦੇ ਉੱਤੇ ਕੋਈ 5 ਪਰਿਕਰਮਾ ਕਰ ਲਵੇ ਹੈ ਨਾ ਇਸ ਢੰਗ ਦੇ ਨਾਲ, ਅਤੇ ਕਹਿੰਦੇ ਫਿਰ ਉਹਦੀ ਜਿਹੜੀ ਭਾਵਨਾ ਹੈਗੀ ਆ ਉਹ 5 ਪਰਿਕਰਮਾ ਬਾਅਦ ਹੀ ਪੂਰੀ ਹੋ ਜਾਂਦੀ ਆ। ਜਿਵੇਂ ਇੱਕ ਹਿੰਦੂ ਮਹਾਤਮਾ ਦੱਸਦੇ ਸੀ, ਉਹ ਕਹਿੰਦੇ ਸੀਗੇ ਕਿ ਇੱਕ ਵਾਰੀ ਹੈ ਨਾ ਜੱਬਲਪੁਰ ਦੇ ਲਾਗੇ ਇੱਕ ਜਗ੍ਹਾ ਕਿਸੇ ਮਹਾਂਪੁਰਖਾਂ ਦੀ, ਉਹ ਜਿਹੜੀ ਜਗ੍ਹਾ ਹੈਗੀ ਉਹ ਵੀ ਕਹਿੰਦੇ ਪਰਿਕਰਮਾ ਦੇ ਆਧਾਰ ਦੇ ਉੱਤੇ ਉਹਦਾ ਇਤਿਹਾਸ ਹੈ। ਉਹ ਦੱਸਦੇ ਸੀ ਕਹਿੰਦੇ ਵੀ ਉਹ ਜਿਹੜੇ ਮਹਾਤਮਾ ਸੀ ਅਤੇ ਜਿਹੜੀ ਇਹਨਾਂ ਦੀ ਜੱਬਲਪੁਰ ਦੇ ਲਾਗੇ ਜਗ੍ਹਾ ਹੈਗੀ ਆ ਅਤੇ ਉਹਦੇ ਲਾਗੇ ਇੱਕ ਨਰਮਦਾ ਨਦੀ ਪੈਂਦੀ ਆ। ਉਹਨਾਂ ਨੇ ਇੱਕ ਦਿਨ ਮਨ 'ਚ ਸੰਕਲਪ ਧਾਰ ਲਿਆ ਵੀ ਮੈਂ ਨਰਮਦਾ ਨਦੀ ਦੀ ਪਰਿਕਰਮਾ ਕਰਨੀ ਆ, ਅਤੇ ਪਰਿਕਰਮਾ ਜਿਹੜੀ ਹੈ ਇਸ ਭਾਵਨਾ ਨਾਲ ਕਰਨੀ ਆ ਕਿ ਮੈਨੂੰ ਸ਼ਿਵ ਭਗਵਾਨ ਦੇ ਦਰਸ਼ਨ ਹੋ ਜਾਣ। ਦੇਖੋ ਆਪੋ ਆਪਣੇ ਹਿਸਾਬ ਦੇ ਨਾਲ ਹਰੇਕ ਕੋਈ ਬੰਦਾ ਰੱਬ ਦੇ ਕਿਸੇ ਵੀ ਰੂਪ ਨੂੰ ਪਿਆਰ ਕਰ ਸਕਦਾ ਹੈਗਾ, ਜਿਹੜਾ ਰੂਪ ਉਹਨੂੰ ਚੰਗਾ ਲੱਗਦਾ ਹੈਗਾ। ਕਿਉਂ ਰੱਬ ਤਾਂ ਹਰੇਕ ਰੂਪ ਦੇ ਵਿੱਚ ਹੀ ਉਹ ਸ਼ਕਤੀ ਕਲਾ ਖੇਡਦੀ ਹੈਗੀ ਆ। ਉਹ ਕਹਿੰਦੇ ਵੀ ਮੈਂ ਇਸ ਭਾਵਨਾ ਦੇ ਨਾਲ ਪਰਿਕਰਮਾ ਕਰੂੰਗਾ। ਹੁਣ ਆਪ ਸੰਗਤਾਂ ਜਾਣਦੀਆਂ ਵੀ ਨਰਮਦਾ ਨਦੀ ਦੀ ਪਰਿਕਰਮਾ ਕਰਨੀ ਜਿਹੜੀ ਕਿਤੇ ਆ ਉਹ ਸੌਖੀ ਥੋੜ੍ਹੀ ਆ। ਸਰੋਵਰ ਦੀ ਤਾਂ ਗਿਣਤੀ ਮਿਣਤੀ ਹੁੰਦੀ ਹੈ, ਸਾਨੂੰ ਪਤਾ ਹੈਗਾ ਵੀ ਅਸੀਂ ਇੰਨੇ ਟਾਈਮ ਦੇ ਵਿੱਚ ਪਰਿਕਰਮਾ ਕਰ ਸਕਦੇ ਹਾਂ। ਪਰ ਜਿਵੇਂ ਦਾਸ ਨੇ ਦੱਸਿਆ ਕਿ ਪਰਿਕਰਮਾ ਦਾ ਨਿਯਮ ਹੈਗਾ, ਜਿਵੇਂ ਗਰਭਵਤੀ ਔਰਤ ਜਿਹੜੀ ਆ ਉਹ ਆਪਣੇ ਪੈਰ ਸੰਭਾਲ ਕੇ ਤੁਰਦੀ ਹੈ, ਇਸੇ ਤਰ੍ਹਾਂ ਪਰਿਕਰਮਾ ਜਿਹੜੀ ਆ ਉਹ ਕਦਮ ਕਦਮ 'ਤੇ ਤੁਰਨਾ ਹੈਗਾ, ਲੇਕਿਨ ਗੁਰੂ ਸ਼ਬਦ ਦੀ ਸੰਭਾਲ ਕਰਕੇ ਤੁਰਨਾ ਹੈਗਾ ਤਾਂ ਜੋ ਧਿਆਨ ਜਿਹੜਾ ਦੂਸਰੇ ਪਾਸੇ ਨਾ ਜਾਵੇ। ਇਸ ਕਰਕੇ ਕਹਿੰਦੇ ਵੀ ਉਹਨਾਂ ਮਹਾਤਮਾ ਨੇ ਵੀ ਨਰਮਦਾ ਨਦੀ ਦੀ ਜਦ ਪਰਿਕਰਮਾ ਸ਼ੁਰੂ ਕੀਤੀ, ਇਸੇ ਮਰਜ਼ਾਦਾ ਨੂੰ ਅਪਣਾਇਆ ਅਤੇ ਉਹਨਾਂ ਨੇ ਆਪਣਾ ਜਿਹੜਾ ਸ਼ਬਦ ਸੀਗਾ ਪੈਰਾਂ ਦੀ ਕਦਮ ਦੇ ਨਾਲ ਕਦਮ ਮਿਲਾ ਕੇ ਜਿਹੜਾ ਉਹ ਕਹਿਣਾ ਸ਼ੁਰੂ ਕਰ ਦਿੱਤਾ। ਜਦ ਉਹਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਰਮਦਾ ਨਦੀ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪਰਿਕਰਮਾ ਕਰਦੇ ਕਰਦੇ ਉਹਨਾਂ ਨੇ ਇਹ ਜਿਹੜੀ ਪਰਿਕਰਮਾ ਨਰਮਦਾ ਨਦੀ ਦੀ ਸੀ ਇਹ 3 ਸਾਲ ਦੇ ਵਿੱਚ ਪੂਰੀ ਕੀਤੀ। ਜਦ 3 ਸਾਲ ਦੇ ਵਿੱਚ ਪੂਰੀ ਕੀਤੀ, ਹੁਣ ਦੇਖੋ 3 ਸਾਲਾਂ ਵਿੱਚ ਜਿਹੜਾ ਉਹ ਸ਼ਬਦ ਜਪਦੇ ਸੀਗੇ ਉਹ ਸ਼ਬਦ ਦੀ ਕਿੰਨੀ ਮਹਿਮਾ ਬਣ ਗਈ ਸੀ। ਉਸ ਤੋਂ ਬਾਅਦ ਕਹਿੰਦੇ ਜੋ 3 ਸਾਲਾਂ 'ਚ ਪੂਰੀ ਹੋਈ ਅਤੇ ਜਦ ਉਹਦੇ ਮਨ ਜਿਹੜੀ ਭਾਵਨਾ ਸੀਗੀ ਕਿ ਮੈਂ ਸ਼ਿਵ ਭਗਵਾਨ ਦੇ ਦਰਸ਼ਨ ਕਰਨੇ ਆ,
ਤੇ ਪੂਰੀ ਤੋਂ ਬਾਅਦ ਉਹਨਾਂ ਨੇ ਕੀ ਦੇਖਿਆ, ਉਹਨਾਂ ਨੂੰ ਕੋਈ ਦਰਸ਼ਨ ਨਹੀਂ ਹੋਏ। ਜਦ ਦਰਸ਼ਨ ਨਹੀਂ ਹੋਏ, ਮਨ 'ਚ ਹੈਰਾਨ ਹੋ ਗਏ। ਫਿਰ ਸੋਚਿਆ ਵੀ ਸ਼ਾਇਦ ਹੋ ਸਕਦਾ ਹੈਗਾ ਕਿ ਮੇਰੇ ਵਿੱਚ ਕੋਈ ਕਮੀ ਹੋਈ। ਦੁਬਾਰਾ ਫਿਰ ਪਰਿਕਰਮਾ ਜਿਹੜੀ ਉਹ ਕਰਨੀ ਸ਼ੁਰੂ ਕੀਤੀ, ਪਰਿਕਰਮਾ ਕਰਨੀ ਸ਼ੁਰੂ ਕੀਤੀ। ਫਿਰ ਇਸੇ ਤਰ੍ਹਾਂ 3 ਸਾਲ ਲੱਗ ਗਏ। ਦੂਜੀ ਵਾਰੀ ਕਰਨ ਦੇ ਵਿੱਚ ਵੀ ਉਹਨਾਂ ਦੀ ਮਨਸਾ ਨੂੰ ਫਲ ਨਹੀਂ ਲੱਗਾ। ਤੀਸਰੀ ਵਾਰੀ ਕੀਤੀ ਤਾਂ ਵੀ ਕੋਈ ਫਲ ਨਹੀਂ। ਚੌਥੀ ਵਾਰੀ ਕੀਤੀ ਤਾਂ ਵੀ ਕੋਈ ਫਲ ਨਹੀਂ। ਪੰਜਵੀਂ ਵਾਰ ਕੀਤੀ ਤਾਂ ਵੀ ਕੋਈ ਫਲ ਨਹੀਂ। ਭਾਵ ਕੀ ਹੈ ਕਿ ਇਸ ਤਰ੍ਹਾਂ ਪਰਿਕਰਮਾ ਕਰਦੇ ਕਰਦੇ ਉਹਨਾਂ ਨੇ ਇਹ ਜਿਹੜਾ ਸਮਾਂ ਸੀਗਾ ਇਹ 22 ਸਾਲ ਦੇ ਵਿੱਚ ਪੂਰਾ ਕੀਤਾ। ਕਿਉਂਕਿ ਹੁਣ ਏਡੀ ਲੰਮੀ ਪਰਿਕਰਮਾ ਲਗਾਤਾਰ ਤਾਂ ਨਹੀਂ ਹੋ ਸਕਦੀ। ਜਿਸ ਜਗ੍ਹਾ ਪਰਿਕਰਮਾ ਕਰਕੇ ਉਹ ਰੁਕਦੇ ਸੀਗੇ, ਉਹਨਾਂ ਟਾਈਮਾਂ ਦੇ ਉੱਤੇ ਉਹਨਾਂ ਦੇ ਨਾਲ ਇੱਕ ਖਾਸ ਇੱਕ ਵਰਤਾਰਾ ਇਹ ਵਰਤਿਆ ਸੀਗਾ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਪਰਿਕਰਮਾ ਕਰਨੀ ਸ਼ੁਰੂ ਕੀਤੀ ਤਾਂ ਪਰਿਕਰਮਾ ਕਰਦੇ ਨੂੰ ਜਦੋਂ 1.5 ਸਾਲ ਹੋਇਆ, 1.5 ਸਾਲ ਦੇ ਬਾਅਦ ਉਹਨਾਂ ਨੂੰ ਇੱਕ ਸ਼ਾਗਿਰਦ ਮਿਲਿਆ। ਜਦ ਕੋਈ ਸ਼ਾਗਿਰਦ ਮਿਲਿਆ, ਉਹਨੇ ਉਹਨਾਂ ਨੂੰ ਕਿਹਾ ਕਿ ਮੈਂ ਆਪ ਦੀ ਸੇਵਾ ਕਰਨੀ ਚਾਹੁੰਦਾ, ਕਿਉਂਕਿ ਤੁਸੀਂ ਪਰਿਕਰਮਾ ਕਰਦੇ ਆ ਅਤੇ ਇਸ ਕਰਕੇ ਮੈਂ ਆਪ ਦੇ ਨਾਲ ਰਹੂੰਗਾ। ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਂ ਆਪ ਨੂੰ ਜ਼ਰੂਰ ਲਿਆ ਕੇ ਦਊਂਗਾ। ਸੋ ਇਹ ਜਿਹੜੀ ਸੇਵਾ ਦੀ ਭੇਟ ਸੀਗੀ ਉਹਨਾਂ ਮਹਾਤਮਾ ਨੇ ਸਵੀਕਾਰ ਕੀਤੀ। 1.5 ਸਾਲ ਤੋਂ ਬਾਅਦ ਉਹ ਸੇਵਕ ਜਿਹੜਾ ਸੀਗਾ ਇਹਨਾਂ ਦੇ ਨਾਲ ਰਿਹਾ ਅਤੇ ਇਹਨਾਂ ਨੂੰ ਪਰਿਕਰਮਾ ਕਰਦਿਆਂ ਦੇਖਦੇ ਹਾਂ ਕਈਆਂ ਸੰਗਤਾਂ ਦੇ ਮਨ 'ਚ ਆਇਆ ਵੀ ਚਲੋ ਮਹਾਤਮਾ ਦਾ ਸੰਕਲਪ ਹੈ ਅਤੇ ਇਸ ਕਰਕੇ ਜਿੱਥੇ ਵੀ ਮਹਾਤਮਾ ਪਰਿਕਰਮਾ ਦੇ ਟਾਈਮ ਸਾਹ ਲੈਂਦੇ ਆ ਉੱਥੇ ਥੋੜ੍ਹਾ ਬਹੁਤ ਇਹਨਾਂ ਨੂੰ ਜਲ ਪਾਣੀ ਜਾਂ ਭੋਜਨ ਪਾਣੀ ਛਕਾਇਆ ਜਾਵੇ। ਸੋ ਜਦੋਂ ਜਲ ਪਾਣੀ ਭੋਜਨ ਛਕਾਉਂਦੇ ਹੁੰਦੇ ਸੀ ਉਸ ਟਾਈਮ ਆਲੇ ਦੁਆਲੇ ਪਿੰਡਾਂ 'ਚੋਂ ਵੀ ਸੰਗਤ ਜਿਹੜੀ ਆ ਜਾਂਦੀ ਸੀ। ਇਸ ਕਰਕੇ ਉਹ ਜਿਹੜਾ ਇਕੱਲਾ ਹੀ ਨੌਕਰ ਸੀਗਾ ਉਹ ਸਾਰੀ ਸੰਗਤ ਨੂੰ ਹੀ ਉਹਨਾਂ ਦੀ ਮਨਸ਼ਾ ਦੇ ਅਨੁਸਾਰ ਸਾਰਾ ਜਿਹੜਾ ਬ੍ਰਹਮ ਭੋਜਨ ਸੀਗਾ ਉਹ ਕਰਾਉਂਦਾ ਸੀਗਾ। ਇਸ ਤਰ੍ਹਾਂ ਕਰਦੇ ਕਰਦੇ ਉਹ ਨੌਕਰ ਵੀ ਤਕਰੀਬਨ 22 ਸਾਲ ਉਹਨਾਂ ਮਹਾਤਮਾ ਦੇ ਨਾਲ ਇਸ ਤਰ੍ਹਾਂ ਸੇਵਾ ਕਰਦਾ ਰਿਹਾ। ਪਰ 22 ਸਾਲ ਤੋਂ ਬਾਅਦ ਜਦ ਉਹਨਾਂ ਮਹਾਤਮਾ ਨੂੰ ਸ਼ਿਵ ਭਗਵਾਨ ਦੇ ਦਰਸ਼ਨ ਨਹੀਂ ਹੋਏ, ਉਸ ਤੋਂ ਬਾਅਦ ਫਿਰ ਉਹਨੇ ਮਨ 'ਚ ਸੋਚਿਆ ਬਈ ਹੁਣ ਤਾਂ ਮੇਰੀਆਂ 5 ਪਰਿਕਰਮਾ ਪੂਰੀਆਂ ਹੋ ਗਈਆਂ, ਸ਼ਿਵ ਭਗਵਾਨ ਦੇ ਦਰਸ਼ਨ ਨਹੀਂ ਹੋਏ, ਇਹਦੇ ਨਾਲ ਬਿਹਤਰ ਹੈ ਕਿ ਮੈਂ ਨਰਮਦਾ ਨਦੀ ਦੇ ਵਿੱਚ ਆਪਣਾ ਜਿਹੜਾ ਸਰੀਰ ਆ ਉਹਦੀ ਜਲ ਸਮਾਧੀ ਲੈ ਲਿਆ। ਅਤੇ ਇਹ ਫੈਸਲਾ ਉਹਨੇ ਮਨ 'ਚ ਕਰਕੇ ਅੱਧੀ ਰਾਤ ਨੂੰ ਜਲ ਸਮਾਧੀ ਲੈਣ ਦਾ ਫੈਸਲਾ ਕਰ ਲਿਆ। ਜਦ ਅੱਧੀ ਰਾਤ ਹੋਈ, ਉਹੀ ਮਹਾਤਮਾ ਉਹ ਨਰਮਦਾ ਨਦੀ ਦੇ ਵਿੱਚ ਵੜੇ। ਜਦ ਵੜਦੇ ਅੱਗੇ ਜਾਂਦੇ ਜਦ ਪਾਣੀ ਗਲ ਆਇਆ ਅਤੇ ਨਰਮਦਾ ਨਦੀ 'ਚੋਂ ਆਵਾਜ਼ ਆਈ ਕਿ ਹੈ ਭਾਈ ਦੱਸ ਤੂੰ ਕੀ ਚਾਹੁੰਦਾ ਹੈਗਾ। ਅਤੇ ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਸ ਨੇ ਕਿਹਾ ਕਿ ਮੈਨੂੰ ਸ਼ਿਵ ਭਗਵਾਨ ਦੇ ਦਰਸ਼ਨ ਚਾਹੀਦੇ ਆ। ਜਦ ਇੰਨੀ ਗੱਲ ਹੋਈ ਸੀ ਅਤੇ ਸ਼ਿਵ ਭਗਵਾਨ ਦਰਸ਼ਨਾਂ ਦੀ ਗੱਲ ਹੋਈ ਤਾਂ ਫਿਰ ਦੁਬਾਰਾ ਨਰਮਦਾ ਨਦੀ 'ਚੋਂ ਆਵਾਜ਼ ਆਈ ਵੀ ਬਈ ਜਿਸ ਸ਼ਿਵ ਭਗਵਾਨ ਦੀ ਤੂੰ ਗੱਲ ਕਰਦਾ ਹੈ ਉਹ ਸ਼ਿਵ ਭਗਵਾਨ ਤਾਂ ਤੇਰੇ ਨਾਲ 1.5 ਸਾਲ ਤੋਂ ਹੀ ਤੇਰੇ ਨਾਲ ਰਹਿ ਰਹੇ। ਜਦੋਂ ਤੈਨੂੰ ਪਰਿਕਰਮਾ ਕਰਦੇ ਨੂੰ 1.5 ਸਾਲ ਹੋ ਗਿਆ ਸੀਗਾ ਅਤੇ ਉਦੋਂ ਤੋਂ ਹੀ ਤੇਰੇ ਨਾਲ ਅਤੇ ਉਹ ਚੱਲਦੇ ਆ ਰਹੇ, ਤੇਰੇ ਨਾਲ ਹੀ ਪਰਿਕਰਮਾ ਕਰ ਰਿਹਾ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਪਰਿਕਰਮਾ ਕਰਨ ਵਾਲੇ ਮਹਾਤਮਾ ਜਿਹੜੇ ਸੀ ਉਹ ਕਹਿੰਦੇ ਸੀਗੇ ਕਿ ਉਹ ਅਗਰ ਉਹ ਮੇਰੀ ਸ਼ੁਰੂ ਦੀ ਪਰਿਕਰਮਾ ਵੀ 1.5 ਸਾਲ ਤੋਂ ਮੇਰੇ ਨਾਲ ਸੀਗੇ, ਪਰ ਅੱਜ ਤੱਕ ਮੈਂ ਉਹਨਾਂ ਨੂੰ ਦੇਖਿਆ ਕਿਉਂ ਨਹੀਂ, ਉਹ ਕਿੱਥੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਜੇ ਕਹਿੰਦੇ ਭਾਈ ਉਹ ਜਿਹੜੇ ਸ਼ਿਵ ਭਗਵਾਨ ਹੈਗੇ ਆ ਉਹ ਨੌਕਰ ਬਣ ਕੇ ਤੇਰੀ ਸੇਵਾ ਕਰਦੇ ਆ। ਆਈ ਗਈ ਸੰਗਤ ਨੂੰ ਸਾਰਾ ਜਲ ਪਾਣੀ ਛਕਾਉਂਦੇ ਆ। ਰਾਤ ਨੂੰ ਜਦੋਂ ਤੁਸੀਂ ਆਰਾਮ ਕਰਦੇ ਆ ਤੁਹਾਡੀਆਂ ਲੱਤਾਂ ਉਹ ਮੁੱਠੀ ਚਾਪੀ ਵੀ ਕਰਦੇ ਆ, ਤੁਹਾਡੀ ਸਾਰੀ ਸਿਹਤ ਦਾ ਖਿਆਲ ਰੱਖਦੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਉਹ ਸਾਧੂ ਬੜਾ ਜਿਹੜਾ ਸੀਗਾ ਉਹ ਹੈਰਾਨ ਹੋ ਗਿਆ। ਉਹ ਕਹਿਣ ਲੱਗਾ ਕਮਾਲ ਹੋ ਗਈ, ਅਗਰ ਸ਼ਿਵ ਭਗਵਾਨ ਨੌਕਰ ਦੇ ਰੂਪ ਦੇ ਵਿੱਚ ਮੇਰੀ ਸੇਵਾ ਕਰਦੇ ਤਾਂ ਮੈਂ ਪਛਾਣੀ ਨਹੀਂ। ਉਹ ਫਿਰ ਦੌੜ ਕੇ ਜਾ ਕੇ ਜਿਹੜਾ ਸੀਗਾ ਉਹ ਨੌਕਰ ਦੇ ਜਾ ਕੇ ਜਦ ਚਰਨਾਂ ਦੇ ਨਾਲ ਲਿਪਟ ਗਿਆ ਸਾਧੂ। ਪਹਿਲਾਂ ਤਾਂ ਨੌਕਰ ਨੂੰ ਨਾ ਕੀਤੀ ਵੀ ਤੂੰ ਇਸ ਤਰ੍ਹਾਂ ਨਾ ਕਰ, ਪਰ ਉਹਨੇ ਕਿਹਾ ਕਿ ਨਹੀਂ, ਤੁਸੀਂ 1.5 ਸਾਲ ਤੋਂ ਮੇਰੇ ਨਾਲ ਸੇਵਾ ਕਰਦੇ ਆ ਰਹੇ ਆ, ਪਰ ਮੈਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈਗਾ, ਇਸ ਕਰਕੇ ਮੈਨੂੰ ਤੁਸੀਂ ਆਪਣੇ ਜਿਹੜੇ ਹੈ ਉਹ ਅਸਲੀ ਰੂਪ 'ਚ ਦਰਸ਼ਨ ਦਿਓ। ਫਿਰ ਕਹਿੰਦੇ ਫਿਰ ਉਸ ਨੂੰ ਅਸਲੀ ਰੂਪ 'ਚ ਦਰਸ਼ਨ ਹੋ ਗਏ ਸੀਗੇ। ਸੋ ਉਹਦੀ ਮਹਾਤਮਾ ਜਿਹੜੀ ਸਮਾਧ ਹੈਗੀ ਉਹ ਜਬਲਪੁਰ ਦੇ ਨੇੜੇ ਨਰਮਦਾ ਨਦੀ ਦੇ ਕੰਢੇ 'ਤੇ ਬਣੀ ਆ। ਸੋ ਕਾਫੀ ਸੰਗਤ ਉਹਨਾਂ ਨੇ ਜੁੜੀ ਉਹ। ਸੋ ਕਹਿਣ ਤੋਂ ਭਾਵ ਇਹ ਆ ਕਿ ਪਰਿਕਰਮਾ ਦੀ ਮਹਿਮਾ ਜਿਹੜੀ ਆ ਉਹ ਆਦ ਜਗ੍ਹਾ ਤੋਂ ਚੱਲੀ ਆ ਰਹੀ ਹੈ। ਅਤੇ ਜਿਹੜੇ ਗੁਰਮੁਖ ਘੱਟੋ ਘੱਟ ਨਹੀਂ ਤਾਂ ਉਹ ਆਪਣੀਆਂ 5 ਪਰਿਕਰਮਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਕਰਦੇ ਆ ਅਤੇ ਉਹਨਾਂ ਦੀ ਭਾਵਨਾ ਨੂੰ ਬਹੁਤ ਜ਼ਿਆਦਾ ਫਲ ਲੱਗ ਜਾਂਦਾ। ਹਾਂ, ਲੇਕਿਨ ਪਰਿਕਰਮਾ ਕਰਨ ਦਾ ਇੱਕ ਸਿਧਾਂਤ ਹੈ, ਉਹ ਜਿਵੇਂ ਗਰਭਵਤੀ ਔਰਤ ਤੁਰਦੀ ਆ ਇਸ ਤਰ੍ਹਾਂ ਪਰਿਕਰਮਾ ਕਰਨ ਲੱਗੇ ਕਿਸੇ ਵੀ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਓ, ਉਹਦਾ ਨਾਲ ਜਾਪ ਕਰੋ, ਧਿਆਨ ਨਾਲ ਤੁਰਦੇ ਜਾਵੋ। ਇਸ ਤਰ੍ਹਾਂ ਗੁਰੂ ਦੇ ਸਦਕੇ ਹੋ ਕੇ ਕੁਰਬਾਨ ਹੋ ਜਾਓਗੇ ਜਦੋਂ, ਅਤੇ ਗੁਰੂ ਦੀ ਪ੍ਰਸੰਨਤਾ ਸਾਨੂੰ ਪ੍ਰਾਪਤ ਹੋ ਜਾਊਗੀ ਤਾਂ ਫਿਰ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।